प्यारे बच्चों सत श्री अकाल। ਅਸੀਂ ਪਹਿਲਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦਾ 6ਵਾਂ ਪਾਠ ਗੁਰੂ ਨਾਨਕ ਦੇਵ ਜੀ ਦਾ ਕ੍ਰਾਂਤੀਕਾਰੀ ਪੱਖ ਪੜ੍ਹ ਚੁੱਕੇ ਹਾਂ। ਅੱਜ ਅਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਨਿੱਕੇ ਨਿੱਕੇ ਖੰਡ ਦਾ 7ਵਾਂ ਪਾਠ ਜੋ ਕਿ ਕਵਿਤਾ ਹੈ ਉਸ ਨੂੰ ਪੜਾਂਗੇ। ਅਣਜੰਮੀ ਧੀ ਦੀ ਪੁਕਾਰ। ਇਸ ਦੇ ਕਵੀ ਹਨ ਅਵਤਾਰ ਸਿੰਘ ਸੰਧੂ। ਅਣਜਨਮੀ ਧੀ ਭਾਵ ਜਿਸ ਦਾ ਜਨਮ ਹੀ ਨਹੀਂ ਹੋਇਆ। ਸਾਇੰਸ ਦੀ ਕੁਝ ਕਾਢਾਂ ਨੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਤੇ ਉਹ ਜਿਹੜੀ ਆਤਮਾ ਹੈ ਧੀ ਦੀ ਉਹ ਕਿਸ ਤਰ੍ਹਾਂ ਪੁਕਾਰ ਕਰ ਰਹੀ ਹੈ, ਕਿਸ ਤਰ੍ਹਾਂ ਆਪਣੀ ਮਾਂ ਨੂੰ ਆਪਣੀ ਪੁਕਾਰ ਰਾਹੀਂ ਆਪਣਾ ਦਰਦ ਸੁਣਾ ਰਹੀ ਹੈ, ਉਸ ਨੂੰ ਇਸ ਕਵਿਤਾ ਵਿੱਚ ਕਵੀ ਨੇ ਕਿਸ ਤਰ੍ਹਾਂ ਬਿਆਨ ਕੀਤਾ ਹੈ। ਆਓ ਅਸੀਂ ਇਸ ਕਵਿਤਾ ਵਿੱਚ ਪੜ੍ਹਦੇ ਹਾਂ। ਕੁੱਖ ਵਿੱਚ ਮੈਨੂੰ ਕਤਲ ਕਰਾ ਕਿਉਂ ਪਾਪ ਕਮਾਨੀ ਏ। ਅਣਜਨਮੀ ਧੀ ਜਿਸ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ, ਉਹ ਆਪਣੀ ਮਾਂ ਨੂੰ ਪੁਕਾਰ ਕਰ ਰਹੀ ਹੈ ਕਿ ਹੇ ਮਾਂ, ਤੂੰ ਮੈਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ ਹੀ ਕਿਉਂ ਮਾਰ ਦਿੱਤਾ। ਮੈਨੂੰ ਮਾਰ ਕੇ ਤੂੰ ਕਿਉਂ ਇਹੋ ਜਿਹੇ ਪਾਪ ਕਮਾ ਰਹੀ ਹੈ। ਆਪਣੀ ਨਸਲ ਮੁਕਾ ਕੇ ਹੁਣ ਕਿਉਂ ਜਸ਼ਨ ਮਨਾਉਂਦੀ ਏ। ਆਪਣੀ ਹੀ ਨਸਲ ਮੁਕਾ ਦਿੱਤੀ ਭਾਵ ਤੂੰ ਆਪਣੇ ਹੀ ਇੱਕ ਸਰੂਪ ਨੂੰ, ਜਿਹੜੇ ਬੱਚਾ ਹੁੰਦਾ ਇੱਕ ਮਾਂ ਦਾ ਹੀ ਰੂਪ ਹੁੰਦਾ ਹੈ, ਮਾਂ ਦਾ ਸਰੂਪ ਹੁੰਦਾ ਹੈ, ਉਸ ਨੂੰ ਹੀ ਮੁਕਾ ਕੇ ਹੁਣ ਕਿਉਂ ਜਸ਼ਨ ਮਨਾਉਂਦੀ ਏ। ਹੁਣ ਤੂੰ ਖੁਸ਼ ਹੋ ਰਹੀ ਹੈ ਜਦਕਿ ਤੈਨੂੰ ਦੁਖੀ ਹੋਣਾ ਚਾਹੀਦਾ ਹੈ ਕਿ ਤੇਰਾ ਇਸ ਧਰਤੀ ਤੇ ਆਉਣ ਵਾਲਾ ਰੂਪ ਜਿਹੜਾ ਹੈ ਉਹ ਮਰ ਚੁੱਕਿਆ, ਉਹ ਖਤਮ ਹੋ ਚੁੱਕਿਆ ਹੈ। ਮੇਰੀ ਹੋਂਦ 'ਚ ਨਿੱਘ ਮਾਨਣ ਕਈ ਪੀਰ ਪੈਗੰਬਰ ਆਏ ਭਾਵ ਕਿ ਮੈਂ ਵੀ ਇੱਕ ਇਸਤਰੀ ਰੂਪ ਹੀ ਹਾਂ। ਮੈਂ ਇਸ ਧਰਤੀ ਤੇ ਪਹਿਲਾਂ ਵੀ ਜਨਮ ਲੈ ਚੁੱਕੀ ਹਾਂ। ਜਿਹੜਾ ਇਸਤਰੀ ਰੂਪ ਹੈ ਉਹੀ ਜਿਹੜਾ ਦੂਸਰੇ ਬੱਚੇ ਨੂੰ ਜਿਹੜਾ ਜਨਮ ਦਿੰਦਾ ਹੈ ਤੇ ਮੇਰੀ ਹੋਂਦ ਦੇ ਵਿੱਚ ਕਈ ਪੀਰ ਪੈਗੰਬਰ ਭਾਵ ਬੜੇ ਧਰਮਾਂ ਦੇ ਜਿਹੜੇ ਵੱਡੇ ਵੱਡੇ ਗੁਰੂ ਸੀਗੇ ਉਹਨਾਂ ਨੇ ਵੀ ਮੇਰੇ ਤੋਂ ਹੀ ਜਨਮ ਲਿਆ ਹੈ ਭਾਵ ਕਿ ਹਰ ਇੱਕ ਗੁਰੂ ਪੀਰ ਪੈਗੰਬਰ ਰਾਜੇ ਸਭ ਨੂੰ ਜਨਮ ਦੇਣ ਵਾਲੀ ਇਸ ਧਰਤੀ ਤੇ ਇਸਤਰੀ ਹੀ ਹੈ ਜਿਸ ਨੂੰ ਮਾਨ ਦਾ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ। ਬੁੱਧ ਨਾਨਕ ਤੇ ਗੋਬਿੰਦ ਮੈਂ ਹੀ ਗੋਦੀ ਵਿੱਚ ਖੜਾਏ ਕਿ ਜਿਸ ਨੂੰ ਅਸੀਂ ਗੁਰੂ ਰੂਪ ਮੰਨਦੇ ਹਾਂ, ਜਿਸ ਦੀ ਅਸੀਂ ਪੂਜਾ ਕਰਦੇ ਹਾਂ। ਮਹਾਤਮਾ ਬੁੱਧ ਹੋ ਗਏ, ਗੁਰੂ ਨਾਨਕ ਦੇਵ ਜੀ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਹੋ ਗਏ ਜਾਂ ਹੋਰ ਜਿਹੜੇ ਪੀਰ ਪੈਗੰਬਰ ਹੋ ਗਏ ਜਿਵੇਂ ਸ਼੍ਰੀ ਰਾਮ ਜੀ ਹੋ ਗਏ, ਸ਼ਿਵ ਜੀ ਹੋ ਗਏ, ਸਭ ਨੂੰ ਇਸ ਧਰਤੀ ਤੇ ਜਨਮ ਲੈਣ ਲਈ ਇੱਕ ਮਾਂ ਦੀ ਲੋੜ ਪਈ ਹੈ ਤੇ ਉਹੀ ਮਾਂ ਨੇ ਉਹਨਾਂ ਦੇ ਬਾਲ ਰੂਪ ਨੂੰ ਆਪਣੀ ਗੋਦੀ ਵਿੱਚ ਬੈਠ ਕੇ ਖਿਲਾਇਆ ਹੈ ਤੇ ਇਸ ਧਰਤੀ ਤੇ ਜਿਹੜਾ ਹੈ ਉਹ ਇਸਤਰੀ ਦਾ ਜਿਹੜਾ ਦਰਜਾ ਹੈ ਬਹੁਤ ਮਹਾਨ ਅਤੇ ਉੱਚਾ ਹੈ। ਵੇੜੇ ਦੇ ਵਿੱਚ ਤੱਕ ਗੁਜਰੀ ਮਾਂ ਹੁਣ ਕਿਉਂ ਘਬਰਾਉਣੀ ਏ। ਹੁਣ ਜਿਹੜਾ ਗੁਜਰੀ ਮਾਂ ਜਿਹੜੇ ਮਾਤਾ ਗੁਜਰੀ ਜੀ ਸੀਗੇ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਸੀਗੇ, ਉਹਨਾਂ ਦਾ ਸਰੂਪ ਦੇਖ ਕੇ ਭਾਵ ਉਹ ਹਮੇਸ਼ਾ ਚੰਗੇ ਕੰਮ ਕਰਨ ਦੀ ਸਿੱਖਿਆ ਦਿੰਦੇ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਵੀ ਹਮੇਸ਼ਾ ਕੁਰਬਾਨੀ ਦੇਣ ਦੀ ਸਿੱਖਿਆ ਦਿੱਤੀ ਹੈ। ਕਦੇ ਕਿਸੇ ਦਾ ਬੁਰਾ ਸੋਚਣ ਜਾਂ ਕਦੇ ਕਿਸੇ ਦਾ ਬੁਰਾ ਕਰਨ ਦੀ ਸਿੱਖਿਆ ਉਹਨਾਂ ਨੇ ਨਹੀਂ ਦਿੱਤੀ। ਹੁਣ ਉਹਨਾਂ ਦੇ ਸਰੂਪ ਨੂੰ ਆਪਣੇ ਸਾਹਮਣੇ ਦੇਖ ਕੇ ਤੈਨੂੰ ਡਰ ਲੱਗਦਾ ਹੈ ਕਿ ਮੈਂ ਕੀ ਕੁਕਰਮ ਕਰ ਰਹੀ ਹਾਂ। ਕੁੱਖ ਵਿੱਚ ਮੈਨੂੰ ਕਤਲ ਕਰਾ ਕੇ ਕਿਉਂ ਪਾਪ ਕਮਾਉਣੀ ਏ। ਹੇ ਮਾਂ, ਮੈਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ ਹੀ ਆਪਣੇ ਅੰਦਰ ਹੀ ਮੇਰਾ ਆਪਾ ਕਿਉਂ ਮਟਾਉਣੀ ਏ। ਕਿਉਂ ਇਹੋ ਜਿਹੇ ਪਾਪ ਨੂੰ ਕਮਾ ਰਹੀ ਹੈ ਜਿਸ ਦਾ ਤੂੰ ਕਦੇ ਵੀ ਹਰਜਾਨਾ ਨਹੀਂ ਭਰ ਸਕਦੀ। ਸਰਸਵਤੀ ਤੇ ਮੈਂ ਹੀ ਦੁਰਗਾ ਮੈਂ ਮਮਤਾ ਦੀ ਮੂਰਤ। ਮੇਰਾ ਜਿਹੜਾ ਸਰੂਪ ਹੈ ਇਸਤਰੀ ਸਰੂਪ ਹੈ। ਸਰਸਵਤੀ ਤੇ ਦੁਰਗਾ ਜਿਨ੍ਹਾਂ ਨੂੰ ਅਸੀਂ ਮਾਤਾ ਜੀ ਕਹਿੰਦੇ ਹਾਂ ਤੇ ਉਹਨਾਂ ਦੀ ਪੂਜਾ ਕਰਦੇ ਹਾਂ, ਆਰਾਧਨਾ ਕਰਦੇ ਹਾਂ। ਮੈਂ ਮਮਤਾ ਦੀ ਮੂਰਤ, ਉੱਥੇ ਮੈਂ ਮਮਤਾ ਦਿੰਦੀ ਹਾਂ ਤੈਨੂੰ, ਉੱਥੇ ਪਿਆਰ ਦਿੰਦੀ ਹਾਂ। ਲੇਕਿਨ ਉਹੀ ਜਿਹੜਾ ਮੇਰਾ ਛੋਟਾ ਸਰੂਪ ਹੈ, ਜਿਹੜਾ ਮੇਰਾ ਜਨਮ ਲੈਣ ਵਾਲਾ ਧੀ ਦਾ ਸਰੂਪ ਹੈ, ਉਹ ਤੈਨੂੰ ਮਾੜਾ ਲੱਗ ਰਿਹਾ ਹੈ। ਜਦੋਂ ਮੈਂ ਮਾਤਾ ਦੇ ਰੂਪ ਵਿੱਚ ਆਉਂਦੀ ਹਾਂ, ਦੁਰਗਾ ਦੇ ਰੂਪ ਵਿੱਚ ਆਉਂਦੀ ਹਾਂ, ਸਰਸਵਤੀ ਮਾਤਾ ਦੇ ਰੂਪ ਵਿੱਚ ਆਉਂਦੀ ਹਾਂ ਤੇ ਤੂੰ ਮੇਰੇ ਸਾਹਮਣੇ ਬੈਠ ਕੇ ਮੇਰੀ ਆਰਾਧਨਾ ਕਰਦੀ ਹੈ ਤੇ ਦੂਸਰੇ ਪਾਸੇ ਤੂੰ ਮੈਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਮੇਰੇ ਵਰਗੀ ਹੀ ਹੋਣੀ ਏ ਉਸ ਦੇਵੀ ਦੀ ਸੂਰਤ। ਜਦੋਂ ਦੇਵੀ ਵੀ ਛੋਟੇ ਰੂਪ ਵਿੱਚ ਹੋਏਗੀ ਤੇ ਮੇਰੀ ਸੂਰਤ ਵੀ ਉਸ ਦੇਵੀ ਵਰਗੀ ਹੀ ਹੋਏਗੀ। ਫਰਕ ਸਿਰਫ ਇੰਨਾ ਹੈ ਕਿ ਮੈਂ ਤੇਰੀ ਧੀ ਬਣ ਕੇ ਆਈ ਹਾਂ ਤੇ ਉਸ ਨੂੰ ਜਿਹੜੀ ਜਗਤ ਮਾਤਾ ਦਾ ਜਿਹੜਾ ਦਰਜਾ ਹੈ ਉਹ ਪ੍ਰਾਪਤ ਹੈ। ਇਸ ਕਰਕੇ ਜਿਹੜਾ ਮੇਰਾ ਸਰੂਪ ਹੈ ਉਸ ਦੇਵੀ ਦਾ ਹੀ ਰੂਪ ਸੀਗਾ ਤੇ ਤੈਨੂੰ ਮੇਰਾ ਸਰੂਪ ਮਾੜਾ ਲੱਗਦਾ ਹੈ ਤੇ ਉਸ ਦੇਵੀ ਦੀ ਤੂੰ ਪੂਜਾ ਕਰਦੀ ਹੈ। ਕਿਉਂ ਲక్ష్ਮੀ ਦੇ ਹੱਥਾਂ ਉੱਤੋਂ ਲੇਖ ਮਟਾਉਣੀ ਹੈ।
ਜਿਹੜੇ ਲੋਕ ਇਹ ਕੁਕਰਮ ਕਰਦੇ ਨੇ, ਭਾਵ ਜਿਹੜੇ ਇਸਤਰੀ ਰੂਪ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖਤਮ ਕਰਦੇ ਨੇ, ਉਹਨਾਂ ਦੇ ਉੱਪਰ ਕਦੇ ਵੀ ਕਿਸੇ ਦੀ ਕਿਰਪਾ ਨਹੀਂ ਹੋ ਸਕਦੀ। ਕੋਈ ਵੀ ਪਰਮਾਤਮਾ ਜਾਂ ਕੋਈ ਹੋਰ ਉਹਨਾਂ ਤੇ ਖੁਸ਼ ਨਹੀਂ ਹੋ ਸਕਦਾ। ਤੇ ਤੂੰ ਮਾਂ ਲక్ష్ਮੀ ਦੇ ਅੱਗੇ ਬੈਠ ਕੇ ਆਰਾਧਨਾ ਕਰਦੀ ਹੈ ਕਿ ਹਾਂ ਤੇਰੇ ਘਰ ਵਿੱਚ ਸਬਰ ਸੰਤੁਸ਼ਟੀ ਆਵੇ, ਤੇ ਉਹ ਜਿਹੜੇ ਤੂੰ ਇਹ ਕੁਕਰਮ ਕਰਦੀ ਹੈ, ਇਸ ਨਾਲ ਤੂੰ ਆਪਣੇ ਜਿਹੜੇ ਚੰਗੇ ਲੇਖ ਨੇ ਉਹਨਾਂ ਨੂੰ ਮਿਟਾ ਦਿੰਦੀ ਹੈ। ਤੇਰੇ ਉੱਤੇ ਹੋਰ ਕੋਈ ਕਿਰਪਾ ਨਹੀਂ ਹੋਵੇਗੀ ਜਦੋਂ ਤੱਕ ਤੂੰ ਆਪਣੀ ਸਰੂਪ ਨੂੰ, ਆਪਣੇ ਸਰੂਪ ਦੀ ਧੀ ਰੂਪ ਨੂੰ ਇੱਜ਼ਤ ਮਾਨ ਨਾਲ ਨਹੀਂ ਰੱਖੇਂਗੀ ਜਾਂ ਉਸ ਨੂੰ ਇਸ ਧਰਤੀ ਤੇ ਜਨਮ ਨਹੀਂ ਲੈਣ ਦੇਵੇਂਗੀ। ਕੁੱਖ ਵਿੱਚ ਮੈਨੂੰ ਕਤਲ ਕਰਾ, ਕਿਉਂ ਪਾਪ ਕਮਾਉਣੀ ਹੈ। ਅਣਜਨਮੀ ਧੀ ਜਿਸ ਨੂੰ ਧਰਤੀ ਤੇ ਜਨਮ ਨਹੀਂ ਲੈਣ ਦਿੱਤਾ ਗਿਆ, ਉਹ ਧੀ ਪੁਕਾਰ ਕਰ ਰਹੀ ਹੈ ਕਿ ਹੇ ਮਾਂ, ਮੈਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ ਹੀ ਕਿਉਂ ਮਾਰ ਦਿੱਤਾ। ਤੂੰ ਕਿਉਂ ਇਹੋ ਜਿਹਾ ਪਾਪ ਜਿਹੜਾ ਉਸ ਨੂੰ ਕਮਾ ਰਹੀ ਹੈ। ਮੈਂ ਝਾਂਸੀ ਦੀ ਰਾਣੀ ਬਣ ਕੇ ਫਿਰ ਤਲਵਾਰ ਉਠਾਣੀ ਹੈ। ਹੇ ਮਾਂ, ਤੂੰ ਮੈਨੂੰ ਇਸ ਧਰਤੀ ਤੇ ਲੈ ਕੇ ਤਾਂ ਆ। ਇਹ ਅਣਜਨਮੀ ਧੀ ਪੁਕਾਰ ਕਰ ਰਹੀ ਹੈ ਕਿ ਜੇ ਮੈਂ ਇਸ ਧਰਤੀ ਤੇ ਆਈ ਤਾਂ ਮੈਂ ਕਿਸੇ ਤੋਂ ਡਰਾਂਗੀ ਨਹੀਂ। ਸਿਰਫ ਤੂੰ ਮੈਨੂੰ ਇੱਕ ਵਾਰ ਜਨਮ ਦੇ ਦੇ, ਫਿਰ ਮੈਂ ਇਸ ਧਰਤੀ ਤੇ ਝਾਂਸੀ ਦੀ ਰਾਣੀ ਵਾਂਗ ਤਲਵਾਰ ਉਠਾ ਕੇ ਸਭ ਦਾ ਮੁਕਾਬਲਾ ਕਰਾਂਗੀ ਅਤੇ ਹਰ ਖੇਤਰ ਵਿੱਚ ਅੱਗੇ ਵਧਾਂਗੀ। ਜਾਂ ਫਿਰ ਕਲਪਨਾ ਵਾਂਗੂ ਅੰਬਰਾਂ ਵਿੱਚ ਉਡਾਰੀ ਲਾਉਣੀ ਹੈ। ਮੈਂ ਇਸ ਧਰਤੀ ਤੇ ਆ ਕੇ ਤੇਰਾ ਨਾਮ ਜਿਹੜਾ ਹੈ ਉਹ ਕਲਪਨਾ ਚਾਵਲਾ ਵਾਂਗ ਹੀ ਰੋਸ਼ਨ ਕਰਾਂਗੀ। ਮੈਂ ਵੀ ਉਸ ਵਾਂਗ ਅਸਮਾਨ ਵਿੱਚ, ਅੰਬਰਾਂ ਵਿੱਚ ਉਡਾਰੀਆਂ ਲਾਵਾਂਗੀ ਅਤੇ ਤੇਰੇ ਨਾਂ ਨੂੰ ਰੋਸ਼ਨ ਕਰਾਂਗੀ। ਮੈਨੂੰ ਇਸ ਧਰਤੀ ਤੇ ਲੈ ਆ, ਕਿਉਂ ਤੂੰ ਮੇਰੇ ਸੁਪਨੇ ਮਿੱਟੀ ਵਿੱਚ ਮਿਲਾਉਣੀ ਹੈ। ਅਣਜਨਮੀ ਧੀ ਜਿਸ ਨੂੰ ਧਰਤੀ ਤੇ ਜਨਮ ਨਹੀਂ ਲੈਣ ਦਿੱਤਾ ਗਿਆ, ਉਹ ਆਪਣੀ ਮਾਂ ਨੂੰ ਪੁਕਾਰ ਕਰ ਰਹੀ ਹੈ ਕਿ ਤੂੰ ਮੇਰੇ ਸੁਪਨੇ ਨੇ, ਜਿਹੜੇ ਮੇਰੇ ਸੁਪਨੇ ਕਾਮਯਾਬੀ ਹਾਸਲ ਕਰਨ ਦੇ ਨੇ ਜਾਂ ਤੈਨੂੰ ਇੱਜ਼ਤ ਮਾਨ ਦੇਣ ਦੇ ਨੇ, ਤੇਰੀ ਇੱਜ਼ਤ ਮਾਨ ਵਧਾਉਣ ਦੇ ਨੇ, ਤੂੰ ਮੇਰੇ ਉਹ ਸਾਰੇ ਸੁਪਨਿਆਂ ਨੂੰ ਮਿੱਟੀ ਵਿੱਚ ਕਿਉਂ ਮਿਲਾ ਰਹੀ ਹੈ। ਮੈਨੂੰ ਇਸ ਧਰਤੀ ਤੇ ਜਨਮ ਦੇ ਤਾਂ ਕਿ ਮੈਂ ਜਿਹੜੇ ਆਪਣੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰ ਸਕਾਂ। ਦੁੱਖ ਵਿੱਚ ਮੈਨੂੰ ਕਤਲ ਕਰਾ, ਕਿਉਂ ਪਾਪ ਕਮਾਉਣੀ ਹੈ। ਅਣਜਨਮੀ ਧੀ ਮਾਂ ਨੂੰ ਪੁਕਾਰ ਕਰ ਰਹੀ ਹੈ ਕਿ ਕਿਉਂ ਤੂੰ ਮੈਨੂੰ ਆਪਣੇ ਅੰਦਰ ਹੀ ਖਤਮ ਕਰ ਰਹੀ ਹੈ, ਕਿਉਂ ਮੇਰੀ ਜਾਨ ਲੈ ਰਹੀ ਹੈ, ਤੂੰ ਇਹੋ ਜਿਹਾ ਪਾਪ ਕਿਉਂ ਕਮਾ ਰਹੀ ਹੈ। ਰੱਬ ਤੋਂ ਡਰਤੇ ਛੱਡ ਦੇ ਅੰਮੀਏ, ਏਦਾਂ ਪਾਪ ਕਮਾਉਣਾ। ਹੇ ਮਾਂ, ਜਿਹੜੀ ਪਰਮਾਤਮਾ ਹੈ ਉਸ ਦਾ ਕੁਛ ਡਰ ਰੱਖ, ਉਸ ਤੋਂ ਡਰ। ਤੂੰ ਇਸ ਤਰ੍ਹਾਂ ਪਾਪ ਨਾ ਕਮਾ। ਤੇਰੇ ਵੇੜੇ ਨਹੀਂ ਉਹ ਚਿੜੀਆਂ ਦਾ ਚੰਬਾ ਫਿਰ ਆਉਣਾ। ਕਿ ਹੇ ਮਾਂ, ਜੇਕਰ ਤੂੰ ਮੈਨੂੰ ਇਸ ਤਰ੍ਹਾਂ ਕਤਲ ਕਰਾ ਦੇਵੇਂਗੀ ਤਾਂ ਪਰਮਾਤਮਾ ਤੇਰੇ ਉੱਪਰ ਫਿਰ ਕਦੀ ਬਖਸ਼ ਨਹੀਂ ਕਰੇਗਾ, ਤੈਨੂੰ ਕਦੀ ਬੱਚੇ ਦੀ ਦਾਤ ਨਹੀਂ ਦੇਗਾ। ਤੇਰੇ ਘਰ ਚਿੜੀਆਂ ਦਾ ਚੰਬਾ ਕਦੇ ਮੁੜ ਕੇ ਨਹੀਂ ਆਵੇਗਾ ਤੇ ਹੋ ਸਕਦਾ ਹੈ ਇਸ ਧਰਤੀ ਤੇ ਤੂੰ ਬਿਨਾਂ ਬੱਚੇ ਦਾ ਸੁਖ ਮਾਣੇ ਹੀ ਰਹਿ ਜਾਵੇਂ। ਕਿਉਂ ਕੁੰਜਾਂ ਦੀਆਂ ਡਾਰਾਂ ਨੂੰ ਤੂੰ ਅੰਬਰੋਂ ਲਾਂਦੀ ਹੈ। ਕਿ ਹੇ ਮਾਂ, ਤੂੰ ਜਿਹੜੀ ਕੂੰਜਾਂ ਨੇ ਉਹਨਾਂ ਨੂੰ ਫੜ ਕੇ ਕਿਉਂ ਜਿਹੜੀ ਅੰਬਰ ਵਿੱਚ ਉਡਾਰੀ ਮਾਰਨਾ ਚਾਹੁੰਦੀਆਂ ਨੇ, ਤੂੰ ਉਹਨਾਂ ਨੂੰ ਕਿਉਂ ਨੀਵੀਂ ਲਾ ਰਹੀ ਹੈ। ਜੇ ਕਰ ਇੱਕ ਬੱਚਾ ਜਿਹੜਾ ਧਰਤੀ ਤੇ ਜਨਮ ਲੈ ਰਿਹਾ ਹੈ ਤਾਂ ਕਿਉਂ ਉਸ ਦੀ ਇੱਛਾਵਾਂ ਨੂੰ ਜਿਹੜੀ ਖਤਮ ਕਰ ਰਹੀ ਹੈ, ਕਿਉਂ ਉਸ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਉਸ ਦਾ ਅੰਸ਼ ਮੁਕਾ ਰਹੀ ਹੈ। ਦੁੱਖ ਵਿੱਚ ਮੈਨੂੰ ਕਤਲ ਕਰਾ, ਕਿਉਂ ਪਾਪ ਕਮਾਉਣੀ ਹੈ। ਹੇ ਮਾਂ, ਮੈਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਕੇ ਕਿਉਂ ਤੂੰ ਪਾਪ ਦੀ ਭਾਗੀ ਬਣ ਰਹੀ ਹੈ, ਕਿਉਂ ਆਪਣੇ ਆਪ ਨੂੰ ਦੁੱਖਾਂ ਵਿੱਚ ਧਕੇਲ ਰਹੀ ਹੈ। ਅਸੀਂ ਇਸ ਕਵਿਤਾ ਵਿੱਚ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਇੱਕ ਅਣਜਨਮੀ ਧੀ ਹੈ, ਉਹ ਆਪਣੀ ਮਾਂ ਨੂੰ ਪੁਕਾਰ ਕਰ ਰਹੀ ਹੈ ਕਿ ਹੇ ਮਾਂ, ਮੈਨੂੰ ਇਸ ਧਰਤੀ ਤੇ ਆਉਣ ਦੇ, ਮੈਨੂੰ ਇਸ ਧਰਤੀ ਤੇ ਜਨਮ ਲੈਣ ਦੇ। ਸਾਡਾ ਜਿਹੜਾ ਸਮਾਜ ਹੈ ਹਲੇ ਵੀ ਕਿਤੇ ਨਾ ਕਿਤੇ ਇਹ ਸੋਚ ਰੱਖਦਾ ਹੈ ਕਿ ਮੁੰਡੇ ਹੋਣੇ ਚਾਹੀਦੇ ਹਨ, ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇਸ ਸੋਚ ਨੂੰ ਬਦਲਣਾ ਸਾਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਮੁੰਡੇ ਨੂੰ ਕੁੜੀਆਂ ਦੇ ਨਾਲ ਬਰਾਬਰ ਰੱਖਾਂਗੇ, ਕੁੜੀਆਂ ਨੂੰ ਮੁੰਡਿਆਂ ਦੇ ਨਾਲ ਬਰਾਬਰ ਰੱਖਾਂਗੇ, ਉਦੋਂ ਜਿਹੜੀ ਸਮਾਜ ਵਿੱਚੋਂ ਇਹ ਬੁਰਾਈ ਖਤਮ ਹੋ ਜਾਵੇਗੀ। ਅੱਜ ਅਸੀਂ ਕਿਸੇ ਵੀ ਖੇਤਰ ਵਿੱਚ ਦੇਖੀਏ ਤੇ ਕੁੜੀਆਂ ਕਦੇ ਵੀ ਪਿੱਛੇ ਨਹੀਂ ਰਹਿੰਦੀਆਂ, ਹਰ ਖੇਤਰ ਵਿੱਚ ਬਲਕਿ ਮੁੰਡਿਆਂ ਨਾਲੋਂ ਵੱਧ ਕੇ ਅੱਗੇ ਕੰਮ ਕਰਦੀਆਂ ਹਨ। ਪੜ੍ਹਾਈ ਵੀ ਮੁੰਡਿਆਂ ਨਾਲੋਂ ਵੱਧ ਕੇ ਕਿਤੇ ਕਰਦੀਆਂ ਹਨ। ਸੋ ਬੱਚਿਓ, ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਸਾਡੇ ਆਲੇ ਦੁਆਲੇ ਵੀ ਕੋਈ ਇਹੋ ਜਿਹਾ ਸੋਚ ਵਾਲਾ ਵਿਅਕਤੀ ਰਹਿੰਦਾ ਹੈ ਤੇ ਸਾਨੂੰ ਉਸ ਦੀ ਸੋਚ ਜਿਹੜੀ ਹੈ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਨੂੰ ਆਸ ਹੈ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹੁਣ ਤੁਸੀਂ ਇਸ ਕਵਿਤਾ ਨਾਲ ਸੰਬੰਧਿਤ ਕਾਰਜ ਆਪਣੀ ਉੱਤਰ ਪੁਸਤਕਾਂ ਤੇ ਕਰੋਗੇ। ਧੰਨਵਾਦ।